ਅੰਦੋਲਨ ਖਾਸ ਤੌਰ ਤੇ ਮਾਝੇ ਦੇ ਵਿੱਚ ਸ਼ੁਰੂ ਕੀਤੇ ਗਏ ਨੇ ਉਹ ਜਾਰੀ ਰਹਿਣਗੇ। ਕਿਸਾਨ ਰੇਲਵੇ ਟਰੈਕ ਦੇ ਉੱਤੇ ਡਟੇ ਰਹਿਣਗੇ। ਕਿਸਾਨ ਜਥੇਬੰਦੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਹੁਣ 2 ਅਕਤੂਬਰ ਤੱਕ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਹ ਮਿਆਦ ਵਧਾਈ ਹੈ। ਪਹਿਲਾਂ 29 ਸਤੰਬਰ ਤੱਕ ਇਹ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ। ਖੇਤੀ ਕਾਨੂੰਨਾਂ ਦੇ ਖਿਲਾਫ ਜਾਰੀ ਹੈ ਰੇਲ ਰੋਕੋ ਅੰਦੋਲਨ। ਵੱਖ-ਵੱਖ ਥਾਵਾਂ ਦੇ ਉੱਤੇ ਰੇਲਵੇ ਲਾਈਨਾਂ ਦੇ ਉੱਤੇ ਜਿਹੜੇ ਕਿਸਾਨ ਨੇ ਉਹ ਡਟੇ ਹੋਏ ਨੇ। ਤੁਹਾਨੂੰ ਦੱਸ ਦਈਏ ਕਿ ਖਾਸ ਤੌਰ ਤੇ ਮਾਝੇ ਦੇ ਵਿੱਚ ਅਸਰ ਨਜ਼ਰ ਆ ਰਿਹਾ ਹੈ। BKU ਉਗਰਾਹਾਂ ਦੇ ਵੱਲੋਂ ਜਿਹੜੇ ਮਾਲਵੇ ਦੇ ਵਿੱਚ 4-5 ਥਾਵਾਂ ਦੇ ਉੱਤੇ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਉਸ ਨੂੰ ਖਤਮ ਕਰ ਦਿੱਤਾ ਗਿਆ। ਪਰ ਦੂਜੇ ਪਾਸੇ ਮਾਝੇ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਆਪਣੇ ਪ੍ਰਦਰਸ਼ਨਾਂ ਨੂੰ ਉਲੀਕਿਆ ਗਿਆ। ਇਹ 24 ਤਰੀਕ ਤੋਂ ਧਰਨੇ ਸ਼ੁਰੂ ਕਰ ਦਿੱਤੇ ਗਏ ਸੀ। ਪਹਿਲਾਂ 3 ਦਿਨ ਦਾ ਐਲਾਨ ਕੀਤਾ ਗਿਆ ਕਿ 25, 26, 27 ਨੂੰ ਅਸੀਂ ਕਰਾਂਗੇ। ਫਿਰ ਉਸ ਤੋਂ ਬਾਅਦ ਐਲਾਨ ਕਰ ਦਿੱਤਾ ਗਿਆ ਕਿ ਅਸੀਂ ਇਸ ਨੂੰ 29 ਤਰੀਕ ਤੱਕ ਕਰਾਂਗੇ ਤੇ ਹੁਣ 29 ਤੋਂ ਵੀ ਅੱਗੇ ਵਧਾ ਕੇ 2 ਤਰੀਕ ਤੱਕ ਸਾਫ਼ ਕਰ ਦਿੱਤਾ ਗਿਆ ਕਿ 2 ਤਰੀਕ ਤੱਕ ਇਸ ਤਰੀਕੇ ਨਾਲ ਹੀ ਧਰਨੇ ਪ੍ਰਦਰਸ਼ਨ ਜਾਰੀ ਰਹਿਣਗੇ। ਇਹ ਵੀ ਤੁਹਾਨੂੰ ਦੱਸ ਦਈਏ ਕਿ ਦੂਜੇ ਪਾਸੇ ਜਿਹੜੀਆਂ ਹੋਰ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਵੀ ਪ੍ਰਦਰਸ਼ਨ ਉਲੀਕੇ ਜਾ ਰਹੇ ਨੇ ਤੇ 1 ਅਕਤੂਬਰ ਤੋਂ ਉਹ ਵੀ ਰੇਲਵੇ ਟਰੈਕ ਜਾਮ ਕਰਨ ਦੀ ਗੱਲ ਕਹਿ ਰਹੇ। ਸੋ ਅੱਜ ਆਪਣੀ ਜਥੇਬੰਦੀ ਨੇ ਫੈਸਲਾ ਕਰਕੇ ਸੂਬਾ ਕੋਰ ਕਮੇਟੀ ਨੇ ਫੈਸਲਾ ਕੀਤਾ ਵੀ ਇਹ ਰੇਲ ਰੋਕੋ ਅੰਦੋਲਨ ਹੋਰ ਅੱਗੇ ਚੱਲੂਗਾ। 29 ਤੱਕ ਦੀ ਇਹਦੀ ਡੇਟ ਸੀਗੀ। ਹੁਣ 3 ਦਿਨਾਂ ਹੋਰ 3 ਦਿਨ ਵਾਸਤੇ ਇਹ ਰੇਲ ਰੋਕੋ ਅੰਦੋਲਨ ਹੋਰ ਵਧਾ ਦਿੱਤਾ ਗਿਆ ਵਾ। ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਇਸ ਅੰਦੋਲਨ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕਰਦੇ ਰਹੋ। ਸੋ 3 ਦਿਨ ਦਾ ਹੋਰ ਅੰਦੋਲਨ ਵਧਾਤਾ 2 ਅਕਤੂਬਰ ਤੱਕ ਇਹ ਜਾਊਗਾ। ਤਾਂ ਵੱਖ-ਵੱਖ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਵੇਂ ਧਰਨੇ ਪ੍ਰਦਰਸ਼ਨ ਕਿਸਾਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ। ਇਹਨਾਂ ਦੀ ਮਿਆਦ ਨੂੰ ਵਧਾਇਆ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਇਹ ਰੇਲ ਰੋਕੋ ਅੰਦੋਲਨ ਨੇ ਰੇਲਵੇ ਟਰੈਕ ਦੇ ਉੱਤੇ ਕਿਸਾਨ ਬੈਠੇ ਹੋਏ ਨੇ। 25 ਤਰੀਕ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ ਦੋਸਤੋ। ਅਗਲੇ ਦਿਨ ਤੱਕ ਰੇਲਵੇ ਲਾਈਨਾਂ ਨੂੰ ਜਾਮ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਅਸੀਂ ਧਰਨੇ ਪ੍ਰਦਰਸ਼ਨ ਜਾਰੀ ਰੱਖਾਂਗੇ ਤੇ ਇਹ ਧਰਨੇ ਪ੍ਰਦਰਸ਼ਨ 29 ਤਰੀਕ ਤੱਕ ਪਹਿਲਾਂ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਉਸ ਦੀ ਮਿਆਦ ਹੋਰ ਵੀ ਅੱਗੇ ਤੱਕ ਵਧਾ ਦਿੱਤੀ ਗਈ ਹੈ। ਯਾਨੀ ਕਿ 2 ਤਰੀਕ ਤੱਕ ਜਿਹੜੇ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੇ ਉਹ ਜਾਰੀ ਰਹਿਣਗੇ। ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ। ਹੁਣ ਅੱਗੇ ਵਧਦੇ ਤੇ ਗੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਬਿੱਲ ਪਾਸ ਹੋਏ ਨੇ ਉਹ ਕਾਨੂੰਨ ਬਣ ਚੁੱਕੇ ਨੇ। ਵਿਰੋਧ ਕਾਂਗਰਸ ਮੁੱਖ ਮੰਤਰੀ ਖੁਦ ਕਰ ਰਹੇ ਨੇ ਤੇ ਇਸ ਵਿਚਾਲੇ ਖਰਚਾ ਵੀ ਜਤਾ ਰਹੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿ ਜੋ ਹਾਲਾਤ ਪੰਜਾਬ ਦੇ ਬਣ ਰਹੇ ਨੇ ਉਸ ਦਾ ਫਾਇਦਾ ਦੇਸ਼ ਦੇ ਦੁਸ਼ਮਣ ਚੁੱਕ ਸਕਦੇ ਨੇ। ਯਾਨੀ ਕਿ ਗੁਆਂਢੀ ਮੁਲਕ ਪਾਕਿਸਤਾਨ ਤੇ ਉਹਨਾਂ ਦੀ ਏਜੰਸੀ ISI ਦੇ ਵੱਲੋਂ ਉਸ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ। ਪੰਜਾਬ ਦੇ ਹਾਲਾਤ ਵਿਗੜਨ ਦੀ ਸ਼ੰਕਾ ਜ਼ਾਹਰ ਕੀਤੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਬਾਰਡਰ ਸਟੇਟ ਹੈ। ਇਸ ਚੀਜ਼ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਹੋਵੇਗਾ। ਕੇਂਦਰ ਦੀ ਸਰਕਾਰ ਨੂੰ ਜਿਹੜੇ ਉਹਨਾਂ ਨੇ ਖੇਤੀ ਬਿੱਲ ਪਾਸ ਕੀਤੇ ਨਾਲ ਹੀ ਮੁੱਖ ਮੰਤਰੀ ਨੇ ਵੱਡਾ ਬਿਆਨ ਇਹ ਵੀ ਦਿੱਤਾ ਕਿ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਹੋਣ। ਉਹ ਹਥਿਆਰ ਦੇਖਣਾ ਨਹੀਂ ਚਾਹੁੰਦੇ। ਬਹੁਤ ਵੱਡੀ ਸਟੇਟਮੈਂਟ ਤੁਸੀਂ ਕਹਿ ਸਕਦੇ ਹੋ। ਖੇਤੀ ਕਾਨੂੰਨਾਂ ਨੂੰ ਲੈ ਕੇ ਕੈਪਟਨ ਦਾ ਇਹ ਵੱਡਾ ਬਿਆਨ ਹੈ। ਪੰਜਾਬ ਦੇ ਹਾਲਾਤ ਖਰਾਬ ਹੋਣ ਦੀ ਸ਼ੰਕਾ ਉਹਨਾਂ ਦੇ ਵੱਲੋਂ ਜਤਾਈ ਗਈ ਹੈ। ਉਹਨਾਂ ਨੇ ਕਿਹਾ ਕਿ ਗੁਆਂਢੀ ਮੁਲਕ ਇਸ ਦਾ ਫਾਇਦਾ ਚੁੱਕ ਸਕਦਾ ਹੈ। ਨੌਜਵਾਨਾਂ ਦੇ ਹੱਥ ਦੇ ਵਿੱਚ ਮੈਂ ਹਥਿਆਰ ਨਹੀਂ ਦੇਖਣਾ ਚਾਹੁੰਦਾ। ਖੇਤੀ ਕਾਨੂੰਨਾਂ ਨੂੰ ਪੰਜਾਬ ਸਰਕਾਰ ਵੀ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਵੇਗੀ। ਸੰਵਿਧਾਨ ਅਤੇ ਕਾਨੂੰਨੀ ਤੌਰ ਦੇ ਉੱਤੇ ਜੋ ਮੁਮਕਿਨ ਹੋਇਆ ਉਹ ਕਰਾਂਗੇ। ਸਾਰੀਆਂ ਪਾਰਟੀਆਂ ਨੂੰ ਕਿਸਾਨਾਂ ਦੇ ਲਈ ਇਕਜੁੱਟ ਹੋਣ ਦੀ ਅਪੀਲ ਵੀ ਮੁੱਖ ਮੰਤਰੀ ਦੇ ਵੱਲੋਂ ਕੀਤੀ ਗਈ ਹੈ। ਅੱਜ ਵੀ ਡੋਂਟ ਵਾਂਟ ਟਰਬਲ, ਆਈ ਵਾਂਟ ਅ ਪੀਸਫੁਲ ਪੰਜਾਬ। ਪੰਜਾਬ ਨੇ ਬਹੁਤ ਕੁਝ ਖੂਨ ਖਰਾਬਾ ਦੇਖ ਲਿਆ। ਮੈਂ ਆਈ ਡੋਂਟ ਵਾਂਟ ਇਟ ਅਗੇਨ। 35,000 ਪੰਜਾਬੀਆਂ ਦਾ ਖੂਨ ਡੁੱਲਿਆ ਇੱਥੇ ਉਸ ਔਖੇ 'ਚ। ਔਰ 2-3 ਚੀਜ਼ਾਂ ਹੁੰਦੀਆਂ ਨੇ। ਅਗਰ ਤਾਂ ਕੋਈ ਸਿਆਸੀ ਗੱਲ ਹੋਵੇ ਜੈਸੇ ਚੰਡੀਗੜ੍ਹ ਨੇ ਆਉਣਾ ਹੈ ਜਾਂ ਕੋਈ ਅਬੋਹਰ ਫਾਜ਼ਿਲਕਾ ਦੇਣਾ ਹੈ ਜਾਂ ਕੁਝ ਦੇਣਾ ਹੈ, ਦੈਟਸ ਪੋਲੀਟਿਕਸ। ਆਈ ਡੋਂਟ ਬਿਲੀਵ ਇਨ ਦੈਟ ਪੋਲੀਟਿਕਸ। ਉਹ ਇੱਕ ਪਾਸੇ। ਲੇਕਿਨ ਜਦੋਂ ਧਾਰਮਿਕ ਗੱਲ ਹੁੰਦੀ ਹੈ ਨਾ ਕੋਈ ਜਾਂ ਕੋਈ ਹੁੰਦੀ ਹੈ ਕਿਸੇ ਦੇ ਬੱਚੇ ਦੇ ਪੇਟ ਦਾ ਸਵਾਲ, ਜਿਹੜੇ ਆਪਣੇ ਬੱਚੇ ਨੂੰ ਰੋਟੀ ਨਹੀਂ ਖਵਾ ਸਕਦਾ, ਉਹ ਸਵਾਲ ਜਿਹੜਾ ਹੁੰਦਾ ਨਾ ਉਹ ਫਿਰ ਉਹ ਸਾਰੇ ਹੱਦ ਟੱਪ ਜਾਂਦਾ। ਐਂਡ ਦੈਟ ਇਜ਼ ਵਾਈ ਇਹ ਜ਼ਰੂਰੀ ਹੈ ਸਾਨੂੰ ਕਿ ਇੱਕ ਤੁਹਾਡੇ ਕੋਲ ਪਾਕਿਸਤਾਨ ਦੀ ਲਾਈਨ ਹੈ, ਉਹ ਗੜਬੜ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ISI ਐਕਟਿਵ ਹੋਏਗਾ ਔਰ ਮੈਂ ਨਹੀਂ ਚਾਹੁੰਦਾ ਕਿ ਸਾਡੇ ਬੱਚੇ ਇੱਥੇ ਕੋਈ 25 ਸਾਲ ਦਾ, 20 ਸਾਲ ਦਾ, 10 ਸਾਲ ਦਾ ਉਹਨਾਂ ਨੂੰ ਵਿੱਚ ਰੋਸ ਜਾਗੇ
ਔਰ ਉਹ ਕਿ ਉਹਨਾਂ ਦੇ ਕੋਈ ਹਥਿਆਰ ਚੱਕਣ ਲੱਗ ਜਾਣ। that would be a very unfortunate thing for Punjab। ਔਰ ਇਹ ਸੋਚਣਾ ਚਾਹੀਦਾ ਸੀ ਦਿੱਲੀ ਵਾਲਿਆਂ ਨੂੰ ਕਿ ਇਹ ਹੋ ਸਕਦੀ ਹੈ ਗੱਲਾਂ ਨੇ। ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇੱਕ ਖਦਸ਼ਾ ਜਤਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਟਕੜ ਕਲਾਂ ਪਹੁੰਚੇ, ਜਿੱਥੇ ਇੱਕ ਵੱਡਾ ਇਹ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ। ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੀ ਉੱਥੇ ਮੌਜੂਦ ਨਜ਼ਰ ਆਈ ਤੇ ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਸਾਨੂੰ ਲੜਨਾ ਹੋਵੇਗਾ। ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਤੇ ਪਹੁੰਚੇ ਸਨ ਤੇ ਜ਼ਿਕਰ ਸ਼ਹੀਦ ਆਜ਼ਮ ਦਾ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਸ਼ਹੀਦ ਆਜ਼ਮ ਭਗਤ ਸਿੰਘ ਵੱਖ-ਵੱਖ ਕਾਨੂੰਨਾਂ ਦੇ ਖਿਲਾਫ ਲੜ ਰਹੇ ਸਨ ਉਸ ਸਮੇਂ ਜਦੋਂ ਦੇਸ਼ ਆਜ਼ਾਦ ਨਹੀਂ ਸੀ, ਉਸ ਤਰੀਕੇ ਨਾਲ ਹੀ ਸਾਨੂੰ ਵੀ ਅੱਜ ਇਹ ਜ਼ਰੂਰਤ ਹੈ ਕਿ ਅਸੀਂ ਇਕਜੁੱਟ ਹੋ ਕੇ ਇਹਨਾਂ ਖੇਤੀ ਬਿੱਲਾਂ ਦੇ ਖਿਲਾਫ ਆਵਾਜ਼ ਬੁਲੰਦ ਕਰ ਸਕੀਏ। ਤੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਦੇ ਵਿੱਚ ਜੋ ਹੋ ਰਿਹਾ ਉਹ ਠੀਕ ਨਹੀਂ ਹੈ। ਦਿੱਲੀ ਵਾਲਿਆਂ ਨੂੰ ਖੇਤੀਬਾੜੀ ਬਾਰੇ ਪਤਾ ਨਹੀਂ ਤੇ ਛੋਟੇ ਕਿਸਾਨਾਂ ਦੀ ਰੋਟੀ ਖੋਣ ਦੇ ਵਿੱਚ ਕੇਂਦਰ ਦੀ ਸਰਕਾਰ ਲੱਗੀ ਹੋਈ ਹੈ। ਐਮਐਸਪੀ ਦੇ ਨਾਲ ਕਿਸਾਨਾਂ ਨੂੰ ਪਤਾ ਸੀ ਕਿ ਉਹਨਾਂ ਦੀ ਆਮਦਨ ਕਿੰਨੀ ਹੋਵੇਗੀ, ਕਿ ਸਰਕਾਰ ਨੂੰ ਪਤਾ ਨਹੀਂ ਕਿ ਇਸ ਦੇ ਨਾਲ ਰੌਲਾ ਪਏਗਾ, ਕਾਰਪੋਰੇਟ ਅਨਾਜ ਦੇ ਉੱਤੇ ਕਬਜ਼ਾ ਕਰ ਲੈਣਗੇ। ਤੇ ਇਹ ਵੀ ਸਵਾਲ ਕੀਤਾ ਗਿਆ ਕਿ ਗਰੀਬਾਂ ਨੂੰ ਅਨਾਜ ਕਿੱਥੋਂ ਮਿਲੇਗਾ, ਇਹ ਵੀ ਜ਼ਰੂਰ ਦੱਸੇ ਕੇਂਦਰ ਦੀ ਸਰਕਾਰ। ਕੇਂਦਰੀ ਖੇਤੀਬਾੜੀ ਮੰਤਰੀ ਤੇ ਵੀ ਝੂਠ ਬੋਲਣ ਦੇ ਇਲਜ਼ਾਮ ਲਗਾਏ। ਉਹਨਾਂ ਕਿਹਾ ਕਿ ਪੰਜਾਬ ਨੇ ਨਵੇਂ ਖੇਤੀ ਕਾਨੂੰਨਾਂ ਤੇ ਹਾਮੀ ਨਹੀਂ ਭਰੀ। ਲੇਕਿਨ ਉਹ ਸਾਡੇ ਅਫਸਰਾਂ ਨੂੰ ਇੰਨਾ ਹੀ ਕਿਹਾ ਉਹਨਾਂ ਨੇ, ਸਾਡਾ ਤਾਂ ਫੈਸਲਾ ਹੋ ਗਿਆ, ਤੁਹਾਨੂੰ ਬਸ ਬਣਾਇਆ ਦੱਸਣ ਵਾਸਤੇ। ਆਹ ਫੈਸਲੇ ਹੁੰਦੇ ਨੇ ਦੇਸ਼ ਦੇ ਕਿ ਬਗੈਰ ਤੁਸੀਂ ਸੂਬਿਆਂ ਨੂੰ ਪੁੱਛੇ। ਔਰ ਇਹ ਐਗਰੀਕਲਚਰ ਸਬਜੈਕਟ ਹੈ, ਐਗਰੀਕਲਚਰ ਪੰਜਾਬ ਦਾ ਇੱਕ ਸਬਜੈਕਟ ਹੈ। ਸੈਂਟਰ ਕੋਲ ਕੋਈ ਅਧਿਕਾਰ ਨਹੀਂ ਇਸ ਨੂੰ ਹੈਂਡਲ ਕਰਨ ਦੇ। और ਹੁਣ कहते ये किसान पंजाब के ऐसा क्यों कर रहे हैं, तो होर की करेंगे तो लड्डू वंडणगे। वो इन्हों अकल नहीं है इन्हों कि इतने किसानी किस तरीके इतने काम चल रहे हैं। अगर किसान यूनियन अपन कर रही ने इतने अपने हड़ताल, उन्होंने कार है, उन्होंने तुम रोजी रोटी खो रहे हो, उन्होंने बच्चों को भुखे मराओगे। अगर पार्टियां कर रही ने क्योंकि उन्होंने पता है कि पंजाब दे विच की हो जाना है साडे किसानी नाल अगर असीं कोई कदम नहीं चुकांगे इस वास्ते। That I think the Akali Dal is now in a total loss situation, and they have they, you will find they will lose all over. They will now try to use some other tactic, not going to work, because once you have let people down, once you have told them what sort of people you are, nobody will trust you again. ਤੇ ਸਭ ਦੇ ਵਿਚਾਲੇ ਸਿਆਸਤ ਵੀ ਜਾਰੀ ਹੈ। ਖੇਤੀ ਬਿੱਲਾਂ ਨੂੰ ਲੈ ਕੇ ਇੱਕ ਦੂਜੇ ਉੱਤੇ ਵਾਰ ਪਲਟਵਾਰ ਦਾ ਦੌਰ ਵੀ ਜਾਰੀ ਹੈ। ਹਰਸਿਮਰਤ ਕੌਰ ਬਾਦਲ ਕਹਿ ਰਹੇ ਨੇ ਕਿ ਉਹਨਾਂ ਨੇ ਅਸਤੀਫਾ ਦਿੱਤਾ, ਉਸ ਤੋਂ ਬਾਅਦ ਹੀ ਕਿਸਾਨਾਂ ਦੇ ਪ੍ਰਦਰਸ਼ਨਾਂ ਦਾ ਹੋਰ ਉਜਾਗਰ ਹੋਏ ਤੇ ਮੁੱਦਾ ਕੇਂਦਰ ਦੇ ਕੰਨਾਂ ਤੱਕ ਪਹੁੰਚਿਆ। ਤੇ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਸਤੀਫੇ ਦੇ ਮੁੱਦੇ ਉੱਤੇ ਹਰਸਿਮਰਤ ਕੌਰ ਬਾਦਲ ਤੇ ਨਿਸ਼ਾਨਾ ਸਾਧ ਰਹੇ। देखो मैं किसी के विश्वास में आपकी ज़मीर की आवाज़ सुनते हुए अपना फर्ज अदा किया है। तो जे इस्तीफा दिता है तो मैं कुछ गवाया है, मैं कुछ पाया नहीं। तो इस इस्तीफे के नाल पूरे देश भर च किसान का मुद्दा सेंटर च आ गया। तुसीं देखिया कि पहली बारी उन्होंने पार्लीमेंट हफ्ता भर पहले बंद करना पिया। 18 पार्टियां ने विरोध किया। अज किसान की गल करन वालियां नूं आपां एक ही चीज़ मांग रहे हैं कि किसान की सुनवाई करो, इन्हां दी फसलां दी MSP का एक कानून बना दो। ये कोई वड्डी गल नहीं है। ਜਦੋਂ ਸੈਂਟਰਲ ਗਵਰਨਮੈਂਟ ਦੇ ਵਿੱਚ ਕੋਈ ਆਰਡੀਨੈਂਸ ਆਉਣਾ ਹੈ, the council of ministers has to give its approval। ਇਹ ਬੈਠੀ ਸੀ ਉੱਥੇ, ਕਿਉਂ ਦਿੱਤੀ ਅਪਰੂਵਲ? ਕਿਉਂ ਨਹੀਂ ਉੱਠ ਕੇ ਕਿਹਾ ਕਿ ਆਈ ਡਿਸਐਗਰੀ? ਉਹ ਦਿਨ ਅਸਤੀਫਾ ਕਿਉਂ ਨਹੀਂ ਦਿੱਤਾ ਕਿ ਅਗਰ ਤੁਸੀਂ ਇਨਸਿਸਟ ਕਰਦੇ ਹੋ ਤਾਂ ਆਈ ਵਿਲ ਰਿਜ਼ਾਈਨ? ਕੁਛ ਨਹੀਂ, ਸ਼ੌਕ ਨਾਲ ਐਵਰੀਥਿੰਗ ਇਜ਼ ਓਕੇ। ਜਿਸ ਦਿਨ ਮੈਂ ਆਲ ਪਾਰਟੀ ਮੀਟਿੰਗ ਸੱਦੀ ਸੀ ਉਰੇ, ਅਕਾਲੀ ਦਲ ਨੇ ਕਿਉਂ ਅਪੋਜ਼ ਕੀਤਾ? ਇੱਥੇ ਬੈਠੇ ਤੇ ਪੰਜਾਬ ਭਵਨ ਦੇ ਵਿੱਚ ਇੱਥੇ ਸੁਖਬੀਰ ਬਾਦਲ ਸਾਰੇ ਬੈਠੇ ਸੀ, ਕਿਉਂ ਅਪੋਜ਼ ਕੀਤਾ ਤੁਸੀਂ? ਪੁਆਇੰਟ ਇਜ਼ ਕਿ ਇਹ ਹੁਣ ਇੱਕ ਗੇੜਾ ਮਾਰਨਾ ਚਾਹੁੰਦੇ ਨੇ, ਪਰ ਇਹ ਫਸ ਗਏ ਇਸ ਕੰਮ 'ਚ। ਐਂਡ ਨੋਬਡੀ ਵਿਲ ਟਰਸਟ them, ਨੋਬਡੀ ਇਹਨਾਂ ਨੂੰ ਕਿਸੇ ਨੇ ਭਰੋਸਾ ਨਹੀਂ ਇਹਨਾਂ ਤੇ ਕਰਨਾ। ਅੱਗੇ ਵਧਦੇ ਤੇ ਹੁਣ ਗੱਲ ਕਰਾਂਗੇ SGPC ਦੇ ਸਾਲਾਨਾ ਬਜਟ ਇਜਲਾਸ ਦੀ। ਤੇ ਬਜਟ ਤਾਂ ਪਾਸ ਹੋ ਗਿਆ, ਪਰ ਇਸ ਬਜਟ ਪਾਸ ਹੋਣ ਦੇ ਦੌਰਾਨ ਜ਼ਬਰਦਸਤ ਹੰਗਾਮਾ ਵੇਖਣ ਨੂੰ ਮਿਲਿਆ। ਜਿਸ ਦਿਨ ਦੀ ਵੱਡੀ ਖਬਰ ਹੈ ਵੀ SGPC ਦਾ ਸਾਲਾਨਾ ਬਜਟ ਪਾਸ ਹੋ ਗਿਆ, ਪਰ ਇਸ ਦੌਰਾਨ ਜ਼ਬਰਦਸਤ ਹੰਗਾਮਾ ਵੇਖਣ ਨੂੰ ਮਿਲਿਆ। ਗਾਇਬ ਹੋਏ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਸੇਵਾ ਸਿੰਘ ਸੇਖਵਾਂ ਅਤੇ ਬਲਵਿੰਦਰ ਬੈਂਸ ਦੇ ਵੱਲੋਂ ਹੰਗਾਮਾ ਕੀਤਾ ਗਿਆ ਤੇ ਗੋਬਿੰਦ ਸਿੰਘ ਲੌਂਗੋਵਾਲ SGPC ਪ੍ਰਧਾਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ।
ਤੁਹਾਨੂੰ ਦੱਸ ਦਈਏ ਕਿ ਹੰਗਾਮੇ ਦੇ ਵਿਚਾਲੇ ਐਸਜੀਪੀਸੀ ਦਾ ਸਾਲਾਨਾ ਬਜਟ ਤਾਂ ਪਾਸ ਹੋ ਚੁੱਕਿਆ ਹੈ। ਬਜਟ ਇਜਲਾਸ ਦੌਰਾਨ ਗਾਇਬ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਹੰਗਾਮਾ ਹੁੰਦਾ ਹੋਇਆ ਨਜ਼ਰ ਆਇਆ। ਸੇਵਾ ਸਿੰਘ ਸੀਖਵਾਂ ਤੇ ਬਲਵਿੰਦਰ ਬੈਂਸ ਦੇ ਵੱਲੋਂ ਹੰਗਾਮਾ ਕੀਤਾ ਗਿਆ। ਐਸਜੀਪੀਸੀ ਦਫ਼ਤਰ ਦੇ ਬਾਹਰ ਸਿੱਖ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਕਰੋਨਾ ਤੇ ਲਾਕਡਾਊਨ ਕਾਰਨ 30% ਘਾਟੇ ਦਾ ਬਜਟ ਇਸ ਵਾਰ ਪਾਸ ਕੀਤਾ ਗਿਆ ਹੈ। ਹੈਗਾ ਕੀ ਹੈ ਕਿ 3 ਮੈਂਬਰੀ ਟੀਮ ਬਣੀ। ਉਹਨੇ ਇੱਕ 3 ਮੈਂਬਰੀ ਟੀਮ ਨੇ ਇਨਕੁਆਇਰੀ ਕੀਤੀ ਤੇ ਇਨਕੁਆਇਰੀ ਜਨਤਕ ਨਹੀਂ ਹੋਈ। ਮੈਂਬਰਾਂ ਕੋਲ ਇਨਕੁਆਇਰੀ ਦੀ ਰਿਪੋਰਟ ਹੈ ਨਹੀਂ ਤੇ ਕਿਵੇਂ ਆਪਾਂ ਆਖਾਂਗੇ ਕਿ ਬਈ ਸਭ ਅੱਛਾ ਹੋ ਗਿਆ? ਸਭ ਅੱਛਾ ਨਹੀਂ ਹੋਇਆ। 328 ਸਰੂਪ ਨੇ, 328 ਸਰੂਪਾਂ ਦਾ ਕੀ ਹੋਇਆ? ਬੰਦੇ ਨੂੰ ਤਾਂ ਮਾਫੀ ਦੇਤੀ। ਪਰ ਉਹ ਤਾਂ ਕਹਿੰਦੇ ਜਿਹੜੀ ਜਾਂਚ ਰਿਪੋਰਟ ਆ ਕੋਈ ਵੀ ਆ ਕੇ ਪੜ੍ਹ ਸਕਦਾ ਹੈ। ਉੱਥੇ ਨਾ ਜੀ ਆ ਕੇ ਅਸੀਂ ਤਾਂ ਉੱਤੇ ਚੀਖ ਕੇ ਤੁਹਾਡੀ ਹਾਜ਼ਰੀ ਚੀਕਾਂ ਮਾਰੀਆਂ ਕਿ ਰਿਪੋਰਟ ਦਿਓ, ਰਿਪੋਰਟ ਦਿਓ। ਕਿੱਥੇ ਆ? ਕੌਣ ਕਿੱਥੋਂ ਪੜ੍ਹ ਲਈਏ? ਦਰਖਤ ਨੂੰ ਥੋੜੀ ਲੱਗੀ ਹੈ ਰਿਪੋਰਟ ਵੀ ਜਿਹੜੀ ਉੱਥੇ ਦਰਖਤਾਂ ਨੂੰ ਲਾ ਕੇ ਪੜ੍ਹ ਲਈਏ। ਰਿਪੋਰਟ ਤਾਂ ਉਹਨਾਂ ਨੇ ਲੱਤ ਥੱਲੇ ਰੱਖੀ ਹੋਈ ਆ। ਜਿੰਨੀ ਦੇਰ ਰਿਪੋਰਟ ਮੈਂਬਰਾਂ ਨੂੰ ਨਹੀਂ ਮਿਲਦੀ, ਦੇਖੋ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਮੈਂਬਰ ਸੰਤੁਸ਼ਟ ਨਹੀਂ। ਬਹੁਤ ਸਾਰੇ ਮੈਂਬਰ ਅੰਦਰ ਵੀ ਸੰਤੁਸ਼ਟ ਨਹੀਂ ਹੈਗੇ ਤੇ ਅਸੀਂ ਵੀ ਸੰਤੁਸ਼ਟ ਨਹੀਂ ਹੈਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਸਿੱਖ ਸੰਗਤਾਂ ਦੀ ਮੰਗ ਹੈ ਕਿ ਜਿਹੜੇ 328 ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਬਲਿਕੇਸ਼ਨ ਵਿਭਾਗ ਵੱਲੋਂ ਲਾਪਤਾ ਕੀਤੇ ਗਏ ਹੈ, ਉਹਨਾਂ ਦਾ ਥਹੁ ਪਤਾ ਦੱਸਿਆ ਜਾਵੇ। ਨੰਬਰ 2 ਤੇ ਹੈ ਜਿਹੜੀ ਇਹਨਾਂ ਨੇ ਪੜਤਾਲੀਆ ਕਮੇਟੀ ਬਿਠਾਈ ਸੀਗੀ, ਉਹਨੇ ਜਿਨ੍ਹਾਂ ਨੂੰ ਇੰਡਾਈਟ ਕੀਤਾ, ਜਿਨ੍ਹਾਂ ਨੂੰ ਦੋਸ਼ੀ ਮੰਨਿਆ, ਉਹਨਾਂ ਦੇ ਖਿਲਾਫ ਸਜ਼ਾਵਾਂ, ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੈ ਉਹ ਕਦੋਂ ਕੀਤੀ ਜਾਏਗੀ ਤੇ ਕਿਵੇਂ ਕੀਤੀ ਜਾਏਗੀ? ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 2 ਵਾਰ ਫੈਸਲੇ ਕਰਕੇ ਆਪਣੇ ਫੈਸਲਿਆਂ ਤੇ ਮੁਕਰ ਚੁੱਕੀ ਹੈ। ਸੰਗਤ ਤੇ ਜਗਤ ਆਪਣੇ ਗੁਰੂ ਸਾਹਿਬ ਤੋਂ ਵਾਂਝਾ ਨਹੀਂ ਰਹਿ ਸਕਦਾ ਹੈਗਾ ਤੇ ਜਿੱਥੇ ਅੱਜ ਅਸੀਂ ਇਸ ਤਰੀਕੇ ਨਾਲ ਪ੍ਰਦਰਸ਼ਨੀ ਕਰ ਰਹੇ ਹਾਂ, ਇਹ ਜਿਹੜਾ ਰੋਸ ਹੈ ਵਧੀ ਜਾਣਾ ਹੈਗਾ ਤੇ ਜਵਾਬ ਦੇ ਇਸ ਕਮੇਟੀ ਨੂੰ ਹੋਣਾ ਪੈਣਾ ਹੈਗਾ। ਜਿੱਥੇ ਇਹਨਾਂ ਨੂੰ ਸਾਨੂੰ ਕੱਲਾ ਇਹ ਨਹੀਂ ਦੱਸਣਾ ਪੈਣਾ ਕਿ ਗੁਰੂ ਸਾਹਿਬ ਹੈ ਕਿੱਥੇ, ਕਿਸ ਹਾਲਾਤ 'ਚ ਹਨ, ਪਰ ਜਿਹੜਾ ਇਹਨਾਂ ਦਾ ਪ੍ਰੋਸੈਸ ਗੁਰੂ ਸਾਹਿਬ ਦੇ ਛਪਾਉਣ ਦਾ ਹੈਗਾ ਉਹ ਸਾਨੂੰ ਸਾਬਤ ਕਰਨਾ ਪੈਣਾ ਹੈ ਕਿ ਬਿਲਕੁਲ ਠੀਕ ਤਰੀਕੇ ਦਾ ਹੈ ਕਿ ਨਹੀਂ। ਜਿਹੜੇ ਇਹਨਾਂ ਦੀ ਆਡਿਟ ਕਰਦੇ ਆ, ਜਿਵੇਂ ਐਸਐਸ ਕੋਹਲੀ 1 ਕਰੋੜ ਰੁਪਈਆ ਲੈਂਦਾ ਸੀ ਐਸਜੀਪੀਸੀ ਨੂੰ ਆਡਿਟ ਕਰਨ ਵਾਸਤੇ, ਉਹਦੇ ਉੱਤੇ ਵੀ ਦੋਸ਼ ਲਾਣੇ ਪੈਣੇ ਹੈਗੇ ਆ ਕਿਉਂਕਿ ਉਸ ਆਡਿਟ 'ਚ ਇਹਨੇ ਇਹ ਘਪਲੇ ਫੜੇ ਨਹੀਂ ਹੈਗੇ ਤੇ ਅਸੀਂ ਇਸ ਕਾਰਜਕਾਰੀ ਨੂੰ ਸਿਰੇ ਤੇ ਹੀ ਲੈ ਕੇ ਜਾਵਾਂਗੇ। ਉਹ ਸਿਰਫ ਉਹਨਾਂ ਦਾ ਕੰਮ ਵਿਰੋਧ ਕਰਨਾ ਸੀ। ਉਹ ਇੱਥੇ ਸਿਰਫ ਆਪਣੀਆਂ ਖਬਰਾਂ ਛਾਪਣ ਵਾਸਤੇ, ਟੀਵੀ ਤੇ ਆਉਣ ਵਾਸਤੇ ਵਿਰੋਧ ਕੀਤਾ। ਉਹਨਾਂ ਦੇ ਤੁਸੀਂ ਸੁਣੀ ਲਈਆਂ, ਕੋਈ ਦਮ ਨਹੀਂ ਸੀ ਉਹਨਾਂ ਦੀ ਗੱਲਾਂ ਦੇ ਵਿੱਚ, ਕੋਈ ਉਹਨੇ ਸਾਰਥਕ ਗੱਲ ਨਹੀਂ ਕੀਤੀ। ਜੋ ਪਿਛਲੇ ਸਮੇਂ ਦੇ ਵਿੱਚ ਬਹੁਤ ਹੀ ਮਾੜੀ ਘਟਨਾ ਵਾਪਰੀ ਹੈ 15 ਦੇ ਵਿੱਚ ਜੋ ਹੋਇਆ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਪ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਕਿ ਜਿਹੜੀ ਇਹ ਸਰੂਪ 328 ਹੈ ਸਾਹਮਣੇ ਆਏ ਨੇ ਔਰ ਜੋ ਘਟਨਾ ਵਾਪਰੀ ਸੀ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਪਾਵਨ ਸਰੂਪਾਂ ਦੇ ਵੇਲੇ, ਤਾਂ ਉਹਦੀ ਅਸੀਂ ਜਾਂਚ ਜਿਹੜੀ ਸੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਡਾਕਟਰ ਈਸਰ ਸਿੰਘ ਦੀ ਜਿਹੜੀ ਹੈ ਕਮੇਟੀ ਨੇ ਕਰਾਈ ਹੈ, ਉਹ ਸਾਡੇ ਸਾਹਮਣੇ ਆ ਗਈ। ਉਹਦੇ ਵਿੱਚ ਜਿਹੜੇ ਵੀ ਦੋਸ਼ੀ ਪਾਏ ਗਏ ਨੇ, ਤਕਰੀਬਨ 16 ਦੋਸ਼ੀ ਨੇ, ਉਹਨਾਂ ਨੂੰ ਸਾਰਾ ਅਸੀਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯਮਾਂ ਅਨੁਸਾਰ ਸਖਤ ਤੋਂ ਸਖਤ ਜਿਹੜੀ ਹੈ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈ। ਸਾਡਾ ਬਿੱਲ 35% ਜਿਹੜਾ ਹੈਗਾ ਬਜਟ ਜਿਹੜਾ ਘਟਿਆ ਹੈਗਾ। ਕਾਰਨ ਕਿੰਨਾ ਕਿ ਮਤਲਬ ਪਿਛਲੇ ਸਾਲ ਦੇ ਕਿਉਂਕਿ ਪਿਛਲੇ ਸਾਲ ਕਰੋਨਾ ਵਾਇਰਸ ਦੇ ਕਰਕੇ ਸੰਗਤਾਂ ਦੀ ਆਮਦ ਜਿਹੜੀ ਸੀ ਉਹ ਘਟੀ ਸੀ। ਗੁਰਦੁਆਰਿਆਂ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਹੋਰ ਗੁਰਦੁਆਰੇ ਘਟਣ ਕਰਕੇ ਸਾਡੇ ਗੋਲਕਾਂ ਦੇ ਵਿੱਚੋਂ ਇਹ ਕੁਝ ਆਮਦਨ ਘਟੀ ਹੈ। ਇਸ ਕਰਕੇ ਕੁੱਲ ਬਜਟ ਘਟਿਆ। ਪਿਛਲੀ ਵਾਰ 1209 ਕਰੋੜ ਸੀਗਾ, ਹਾਂਜੀ, ਇਸ ਵਾਰ ਕਿੰਨਾ ਰਿਹਾ ਜੀ? 9 ਅਰਬ 81 ਕਰੋੜ 94 ਲੱਖ 80 ਹਜ਼ਾਰ ਰੁਪਏ ਦਾ ਤੋਂ ਇਹ ਬਜਟ ਹੋਇਆ ਸਾਡਾ। ਇਸ ਸਮੇਂ ਵੱਡੀ ਖਬਰ ਹੈ ਕਿ ਸੁਮੇਧ ਸਿੰਘ ਸੈਣੀ ਸਾਬਕਾ ਡੀਜੀਪੀ ਤੋਂ ਪੁੱਛ ਪੜਤਾਲ ਕਰੀਬ 6 ਘੰਟੇ ਦੀ ਮੈਰਾਥਨ ਪੁੱਛ ਪੜਤਾਲ ਖਤਮ ਹੋ ਚੁੱਕੀ ਹੈ। ਮੋਹਾਲੀ ਦੇ ਮੋਟੌਰ ਥਾਣੇ ਦੇ ਵਿੱਚ ਪਹੁੰਚੇ ਹੋਏ ਸਨ ਸਾਬਕਾ ਡੀਜੀਪੀ ਬਲਵੰਤ ਮੁਲਤਾਨੀ ਕੇਸ ਦੇ ਮਾਮਲੇ ਦੇ ਵਿੱਚ ਤੇ ਪੁੱਛ ਪੜਤਾਲ ਖਤਮ ਹੋਣ ਤੋਂ ਬਾਅਦ ਬਹੁਤ ਸਾਰੇ ਸਵਾਲ ਇਹੀ ਨੇ ਕਿ ਆਖਿਰ ਕੀ ਕੁਝ ਪੁੱਛ ਪੜਤਾਲ ਹੋਈ ਹੈ। ਸਿੱਧਾ ਰੁਖ ਕਰਾਂਗੇ ਮੋਹਾਲੀ ਦਾ ਮਨੋਜ ਰਾਠੀ ਮੇਰੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ। ਮਨੋਜ, ਕੀ ਕੁਝ ਤੁਹਾਡੇ ਕੋਲ ਜਾਣਕਾਰੀ? ਮੈਰਾਥਨ ਪੁੱਛ ਪੜਤਾਲ ਸੁਮੇਧ ਸੈਣੀ ਤੋਂ ਖਤਮ ਹੋ ਚੁੱਕੀ ਹੈ। ਬਿਲਕੁਲ ਗੌਰਵ, 11 ਵਜੇ ਤੋਂ ਲੈ ਕੇ 5 ਵਜੇ ਤੱਕ ਲਗਾਤਾਰ ਪੁੱਛਗਿੱਛ ਜਿਹੜੀ ਹੈ ਉਹ ਸੁਮੇਧ ਸਿੰਘ ਸੈਣੀ
तो हुई है बलवंत सिंह किडनैपिंग मामले 'ਚ ਇਹ ਜਿਹੜੀ ਪੁੱਛਗਿੱਛ ਹੈ ਤੇ ਹੁਣ ਤੱਕ ਦੀ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਜਿਹੜੇ 80 ਕੁਐਸਚਨ 80 ਤੋਂ 85 ਜਿਹੜੇ ਕੁਐਸਚਨ ਤਿਆਰ ਕੀਤੇ ਗਏ ਸੀ ਉਹ ਲਗਾਤਾਰ ਸੁਮੇਧ ਸਿੰਘ ਸੈਣੀ ਕੋਲੋਂ ਪੁੱਛੇ ਗਏ। ਸਭ ਤੋਂ ਪਹਿਲਾ ਸਵਾਲ ਇਹੀ ਸੀਗਾ ਕਿ ਬਈ ਜਿਹੜਾ ਐਲੀਗੇਸ਼ਨ ਲੱਗੇ ਜਿਹੜੇ ਕੋ ਐਕਿਊਜ਼ਡ ਹੈ ਜਿਨ੍ਹਾਂ ਨੇ ਸਟੇਟਮੈਂਟ ਦਿੱਤੀ ਹੈ ਜਿਹੜੇ ਉਸ ਟਾਈਮ 1991 'ਚ ਹੀ ਮੌਜੂਦ ਸੀਗੇ ਆਫੀਸਰ ਜਿਨ੍ਹਾਂ ਨੇ ਕਿਹਾ ਹੈ ਕਿ ਬਈ ਸਾਡੇ ਸਾਹਮਣੇ 3rd ਡਿਗਰੀ ਟੌਰਚਰ ਕੀਤਾ ਗਿਆ ਸਾਡੇ ਸਾਹਮਣੇ ਕਾਦਿਆ ਲੈ ਜਾ ਕੇ ਉਹਦੀ ਜਿਹੜੀ ਲਾਸ਼ ਹੈ ਉਹ ਸਾਰੇ ਸਵਾਲ ਆ ਸੁਮੇਧ ਸਿੰਘ ਸੈਣੀ ਨੂੰ ਪੁੱਛੇ ਗਏ ਨੇ। ਹਾਲਾਂਕਿ ਸੁਮੇਧ ਸਿੰਘ ਸੈਣੀ ਇਸ ਪੂਰੇ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਦਾ ਜਿਹੜਾ ਜਵਾਬ ਹਾਲੇ ਤੱਕ ਜਿਹੜੀ ਇਨਫੋਰਮੇਸ਼ਨ ਸੂਤਰਾਂ ਮੁਤਾਬਿਕ ਜਿਹੜੀ ਲੱਗੀ ਹੈ ਪਤਾ ਕਿ ਸੁਮੇਧ ਸਿੰਘ ਸੈਣੀ ਕਿਸੇ ਵੀ ਗੱਲ ਦਾ ਜਵਾਬ ਠੀਕ ਤਰੀਕੇ ਨਾਲ ਜਿਹੜਾ ਹੈ ਉਹ ਨਹੀਂ ਦੇ ਪਾਏ ਜਿਹਨੂੰ ਲੈ ਕੇ ਲਗਾਤਾਰ 6 ਘੰਟੇ ਦੀ ਪੁੱਛਗਿੱਛ ਜ਼ਰੂਰ ਹੋਈ ਹੈ ਲੇਕਿਨ ਇਹਦੇ ਵਿੱਚ ਕਈ ਵੱਡੇ ਸਵਾਲ ਕਈ ਕੁਐਸਚਨ ਹਜੇ ਵੀ ਖੜੇ ਨੇ ਕਿ ਬਈ ਸੁਮੇਧ ਸਿੰਘ ਸੈਣੀ ਦਾ ਜਿਹੜਾ ਐਲੀਗੇਸ਼ਨ ਲੱਗੇ ਜਿਹੜਾ 302 ਦਾ ਮਾਮਲਾ ਜਿਹੜਾ ਦਰਜ ਹੋਇਆ ਉਹਨੇ ਕੋਲੋਂ ਜਿਹੜੇ ਕੁਐਸਚਨ ਤਿਆਰ ਕੀਤੇ ਗਏ ਸੀ SIT ਵੱਲੋਂ ਜਿਹੜੇ ਕੁਐਸਚਨ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਜਿਹੜੇ ਹੈਡ ਹੈ ਹਾਲਾਂਕਿ ਕਿਸੇ ਨੂੰ ਵੀ ਮੀਡੀਆ ਪਰਸਨ ਨੂੰ ਵੀ ਕਿਸੇ ਨੂੰ ਵੀ ਇੰਟਰੈਕਟ ਕਰਦੇ ਨਜ਼ਰ ਨਹੀਂ ਆਏ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਮੀਡੀਆ ਸਾਹਮਣੇ ਸੁਮੇਧ ਸਿੰਘ ਸੈਣੀ ਨਹੀਂ ਕਰਦੇ ਨਜ਼ਰ ਆਏ। ਉੱਥੇ SIT ਦੇ ਜਿਹੜੇ ਹੈਡ ਨੇ SIT ਦੇ ਜਿਹੜੇ ਮੈਂਬਰਸ ਨੇ ਉਹਨਾਂ ਨੇ ਵੀ ਮੀਡੀਆ ਸਾਹਮਣੇ ਕੋਈ ਵੀ ਗੱਲ ਜਿਹੜੀ ਹੈ ਉਹ ਨਹੀਂ ਰੱਖੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੀ ਹੈ ਨਹੀਂ ਕੀਤੀ ਹੈ ਲੇਕਿਨ ਜਿਹੜੀ ਸੋਰਸਿਸ ਦੱਸ ਰਹੇ ਨੇ ਕਿ ਲੰਬੇ ਚੌੜੇ ਜਿਹੜੇ ਕੁਐਸਚਨ ਹੈ ਬਲਵੰਤ ਸਿੰਘ ਮੁਲਤਾਨੀ ਨੂੰ ਕੇਸ ਨੂੰ ਲੈ ਕੇ ਜਿਹੜਾ 1991 17 ਥਾਣੇ 'ਚ ਹੋਇਆ ਸੀ ਜਿਸ ਤਰ੍ਹਾਂ ਦੇ ਐਲੀਗੇਸ਼ਨ ਲੱਗੇ ਹੈ ਜਿਹੜਾ ਮਾਮਲਾ ਦਰਜ ਹੋਇਆ ਜਿਹੜੇ ਕੋ ਐਕਿਊਜ਼ ਨੇ ਸਟੇਟਮੈਂਟ ਦਿੱਤੀ ਹੈ ਉਹਦੇ ਵਿੱਚ ਕਈ ਵੱਡੇ ਖੁਲਾਸੇ ਜਿਹੜੇ ਕੀਤੇ ਹੈ ਉਹਦੇ ਵਿੱਚ ਸਾਰੀ ਲਿਸਟ ਜਿਹੜੀ ਹੈ ਉਹ ਤਿਆਰ ਕਰਨ ਤੋਂ ਬਾਅਦ ਸੁਮੇਧ ਸਿੰਘ ਸੈਣੀ ਕੋਲੋਂ ਕੁਐਸਚਨ ਪੁੱਛੇ ਗਏ ਸੀ ਕਿ ਬਲਵੰਤ ਸਿੰਘ ਮੁਲਤਾਨੀ ਕਿਡਨੈਪਿੰਗ ਜਿਹੜਾ ਮਾਮਲਾ ਹੋਇਆ ਜਿਹਦੇ ਵਿੱਚ ਕੋ ਐਕਿਊਜ਼ ਜਿਹੜੇ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਬਈ ਉਹਨਾਂ ਦੇ ਸਾਹਮਣੇ ਸਾਰੀ ਚੀਜ਼ਾਂ ਹੋਈ ਹੈ ਕਿੰਨਾ ਸੱਚ ਹੈ ਕਿੰਨਾ ਝੂਠ ਹੈ ਇਹ ਸਾਰੀ ਗੱਲਾਂ ਅੱਜ ਉਹਦੇ ਦੇ ਵਿੱਚ ਹੋਈ ਹੈ ਲੇਕਿਨ ਉਹਦੇ ਵਿੱਚ ਕਿਤੇ ਨਾ ਕਿਤੇ ਹੁਣ ਸੁਮੇਧ ਸਿੰਘ ਸੈਣੀ ਵੱਲੋਂ ਕੋਈ ਸੈਟੀਸਫੈਕਸ਼ਨ ਅਕਸਰ ਜਿਹੜਾ ਹੈ ਉਹ ਜਿਹੜਾ ਹੁਣ ਤੱਕ ਜਿਹੜੀ ਇਨਫੋਰਮੇਸ਼ਨ ਮਿਲ ਰਹੀ ਹੈ ਜਿਹੜੇ ਸੋਰਸਿਸ ਦੱਸ ਰਹੇ ਨੇ ਕਿ ਕੋਈ ਇਨਫੋਰਮੇਸ਼ਨ ਜਿਹੜੀ ਹੈ ਠੀਕ ਨਹੀਂ ਮਿਲੀ ਹੈ ਹਾਲਾਂਕਿ ਇਹਦੇ ਵਿੱਚ 11 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜੀ SIT ਸਾਹਮਣੇ ਸੁਮੇਧ ਸਿੰਘ ਸੈਣੀ ਕੋਲੋਂ ਕਈ ਵੱਡੇ ਕੁਐਸਚਨ ਜਿਹੜੇ ਹੈ ਕਈ ਸਵਾਲ ਜਵਾਬ ਜਿਹੜੇ ਕੀਤੇ ਹੈ ਤੁਹਾਨੂੰ ਦੱਸ ਦਈਏ ਕਿ 2 ਦਿਨ ਪਹਿਲਾਂ ਵੀ ਇੱਕ 164 ਦੇ ਬਿਆਨ ਡਾਕਟਰ ਭਗਵਾਨ ਸਿੰਘ ਨੇ ਦਿੱਤੇ ਹੈ ਸੁਮੇਧ ਸਿੰਘ ਸੈਣੀ ਖਿਲਾਫ ਕਿ ਬਈ 1991 ਚ ਬਲਵੰਤ ਸਿੰਘ ਮੁਲਤਾਨੀ ਜਦ ਕਿਡਨੈਪਿੰਗ ਹੋਇਆ ਸੀ 1 ਮਹੀਨੇ ਬਾਅਦ ਉਹਨੂੰ ਵੀ ਹਰਾਸ਼ਮੈਂਟ ਕੀਤਾ ਗਿਆ ਸੀ ਉਹਨੂੰ ਵੀ ਇਲੀਗਲ ਰੱਖਿਆ ਗਿਆ ਸੀ ਉਹਨੂੰ ਵੀ ਡਰਾਇਆ ਗਿਆ ਸੀਗਾ ਕਿ ਅਸੀਂ ਮੁਲਤਾਨੀ ਨੂੰ ਮਾਰ ਦਿੱਤਾ ਹੈ ਅਸੀਂ ਜਟਾਣਾ ਪਰਿਵਾਰ ਨੂੰ ਮਾਰ ਦਿੱਤਾ ਹੈ ਤੇ ਤੇਰਾ ਵੀ ਜਿਹੜਾ ਹਸ਼ਰ ਹੈ ਉਹ ਕੀਤਾ ਜਾਊਗਾ ਤੂੰ ਹੀ ਬੰਬ ਬਲਾਸਟ ਦੀ ਰੈਕੀ ਕੀਤੀ ਹੈ ਤੇ ਉਹਦੇ ਨਜਾਇਜ਼ ਪਰਚਾ ਕੀਤਾ ਹੈ ਇਹ ਵੀ ਗੱਲ ਜਿਹੜੀ ਹੈ ਉਹ ਸੁਮੇਧ ਸਿੰਘ ਸੈਣੀ ਕੋਲੋਂ ਪੁੱਛੀ ਗਈ ਹੈ ਕਈ ਇਸ ਤਰ੍ਹਾਂ ਦੇ ਸਵਾਲ ਜਵਾਬ ਦੀ ਜਿਹੜੀ ਲਿਸਟ ਤਿਆਰ ਕੀਤੀ ਗਈ ਲੇਕਿਨ ਕਈ ਕੁਐਸਚਨ ਇਸ ਤਰ੍ਹਾਂ ਦੇ ਸੀਗੇ ਜਿਹਦੇ ਵਿੱਚ ਸੈਟੀਸਫੈਕਸ਼ਨ ਜਿਹੜਾ ਹੈਗਾ ਸੈਟੀਸਫਾਈ ਜਿਹੜਾ ਆਨਸਰ ਹੈ ਜਿਹੜਾ ਸਵਾਲ ਜਵਾਬ ਹੈ ਉਹ ਸੁਮੇਧ ਸਿੰਘ ਸੈਣੀ ਨਹੀਂ ਕਰ ਪਾਏ ਕਿਤੇ ਨਾ ਕਿਤੇ ਜਿਹੜੇ ਸੋਰਸਿਸ ਨੇ ਸਾਨੂੰ ਦੱਸਿਆ ਹੈ ਕਿ ਬਈ 6 ਘੰਟੇ ਦੀ ਜਿਹੜੀ ਪੁੱਛਗਿੱਛ ਹੋਈ ਹੈ ਉਹਦੇ ਵਿੱਚ ਕਈ ਜਿਹੜੇ ਸਵਾਲ ਜਵਾਬ ਹੈ ਉਹਦਾ ਸੁਮੇਧ ਸਿੰਘ ਸੈਣੀ ਵੱਲੋਂ ਜਵਾਬ ਜਿਹੜਾ ਹੈ ਨਹੀਂ ਦਿੱਤਾ ਗਿਆ ਹਾਲਾਂਕਿ ਹੁਣ ਨੈਕਸਟ ਇਹ ਦੇਖਣਾ ਹੋਵੇਗਾ ਗੌਰਵ ਕਿ ਨੈਕਸਟ ਜਿਹੜਾ SIT ਹੁਣ ਇਹਨਾਂ ਨੂੰ ਦੁਬਾਰਾ ਨੋਟਿਸ ਕਰ ਦਿੰਦੀ ਹੈ ਦੁਬਾਰਾ ਵੀ ਪੁੱਛਗਿੱਛ ਵਾਸਤੇ ਬੁਲਾ ਸਕਦੀ ਹੈ ਕਿਉਂਕਿ 4 ਹਫ਼ਤੇ ਦਾ ਜਿਹੜਾ ਟਾਈਮ ਦਿੱਤਾ ਸੁਪਰੀਮ ਕੋਰਟ ਵੱਲੋਂ ਜਿਹੜਾ ਗ੍ਰਿਫਤਾਰੀ ਦੇ ਰੋਕ ਲੱਗੀ ਸੀ ਉਹਦੇ ਵੀ ਸਾਫ਼ ਤੌਰ ਤੇ ਕਿਹਾ ਸੀਗਾ ਸੁਪਰੀਮ ਕੋਰਟ ਵੱਲੋਂ ਵੀ ਕਿ ਬਈ SIT ਦਾ ਤੁਸੀਂ ਸਹਿਯੋਗ ਕਰਨਾ ਹੈ SIT ਜਦ ਵੀ ਤੁਹਾਨੂੰ ਬੁਲਾਏਗੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਜੁਆਇਨ ਕਰਨ ਦੀ ਗੱਲ ਕਹੇਗੀ ਤੁਸੀਂ ਉਹਦੇ ਵਿੱਚ ਆਓਗੇ ਹਾਲਾਂਕਿ ਅਸੀਂ ਕੋਸ਼ਿਸ਼ ਕੀਤੀ ਸੁਮੇਧ ਸਿੰਘ ਸੈਣੀ ਨੂੰ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਸੁਮੇਧ ਸਿੰਘ ਸੈਣੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਜਿਹੜੀ ਹੈ ਉਹ ਨਹੀਂ ਕੀਤੀ ਗਈ 11 ਵਜੇ ਤੋਂ ਲੈ ਕੇ 5 ਵਜੇ ਤੱਕ ਸੁਮੇਧ ਸਿੰਘ ਸੈਣੀ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਗਈ ਹੈ ਉਹਨਾਂ ਦੇ ਜਿਹੜੇ ਵਕੀਲ ਨੇ ਉਹ ਵੀ ਉਹਨਾਂ ਦੇ ਨਾਲ ਸੀਗੇ ਹੋਰ ਕਿਸੇ ਨੂੰ ਵੀ ਐਂਟਰ ਹੋਣ ਦੀ ਪਰਮਿਸ਼ਨ ਜਿਹੜੀ ਹੈ ਇਸ ਥਾਣੇ 'ਚ ਨਹੀਂ ਦਿੱਤੀ ਗਈ ਯਾਨੀ ਕਿ ਜਿਹੜੀ ਪਬਲਿਕ ਡੀਲਿੰਗ ਸੀ ਅੱਜ ਪੂਰੀ ਬੰਦ 11 ਵਜੇ ਤੋਂ ਲੈ ਕੇ 5 ਵਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਪਬਲਿਕ ਡੀਲਿੰਗ ਕਿਸੇ ਨੂੰ ਵੀ ਅੰਦਰ ਐਂਟਰ ਹੋਣ ਨਹੀਂ ਦਿੱਤਾ ਗਿਆ ਕਿਸੇ ਨੂੰ ਵੀ ਸਾਫ਼ ਤੌਰ ਤੇ ਮਨਾ ਕੀਤਾ ਗਿਆ ਬਈ ਕੋਈ ਵੀ ਅੰਦਰ ਨਹੀਂ ਜਾਏਗਾ ਹੁਣ ਜਾ ਕੇ 11 ਵਜੇ ਤੋਂ ਬਾਅਦ ਹੁਣ ਜਾ ਕੇ ਇਹ ਗੇਟ ਖੁੱਲੇ ਨੇ ਬਾਹਰ ਤੋਂ ਲੋਕ ਆਏ ਨੇ ਕਿਸੇ ਨੂੰ ਵੀ ਅੰਦਰ ਜਾਣ ਨਹੀਂ ਦਿੱਤੀ ਗਈ ਸਿਰਫ ਸੁਮੇਧ ਸਿੰਘ ਸੈਣੀ ਇੱਥੇ ਬੈਠੇ ਸੀ ਉਹਨਾਂ ਕੋਲੋਂ ਪੁੱਛਗਿੱਛ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਗਈ ਹੈ ਤੇ ਅੱਜ ਆਖਿਰਕਾਰ ਅੱਜ ਜਿਹੜਾ ਹੈ ਉਹ ਦਿਨ ਆ ਚੁੱਕਾ ਹੈ ਜਿੱਥੇ ਇੱਕ ਰੌਬ ਚੱਲਦਾ ਸੀਗਾ DGP ਜਿਹੜੇ ਪੰਜਾਬ ਦੇ ਸੀਗੇ ਸੁਮੇਧ ਸਿੰਘ ਸੈਣੀ ਅੱਜ ਜਿਹੜੇ ਐਕਿਊਜ਼ ਹੁੰਦੇ ਉਹਨਾਂ ਦੀ ਤਰ੍ਹਾਂ ਅੱਜ ਉਹਨਾਂ ਕੋਲੋਂ ਪੁੱਛਗਿੱਛ ਜਿਹੜੀ ਹੈ ਹੋਈ ਹੈ 11 ਵਜੇ ਤੋਂ ਲੈ ਕੇ 5 ਵਜੇ ਤੱਕ ਉਹਨਾਂ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਗਈ ਹੈ ਗੌਰਵ शुक्रिया मनोज धन्यवाद साडे नाल जुड़न दे इस पूरी गलबात लई। तां मैराथन पुछ पड़ताल की गई है पहले तो SIT नूं मिल ही नहीं रहे सी सुमेध सैणी ते इस सब दे विचाले ओह सुप्रीम कोर्ट तक पहुंच जांदे ने उत्थों राहत मिलदी है उस तो बाद हाई कोर्ट तो ब्लैंकेट बेल मिली है ते SIT दे नाल हुण पुछ पड़ताल दे विच शामिल हो रहे ने। तां जिवें मनोज मेरे सहयोगी दस रहे सन कि जल्द दोबारा पुछ पड़ताल दे लई भी बुलाया जा सकदा है पर बहुत लंबी चौड़ी जिहड़ी पुछ पड़ताल तुसीं कह सकदे हो कि अज दे दिन हुई है करीब 6 घंटे तक ਜਿਹੜੇ ਸਵਾਲ ਜਵਾਬ ਕੀਤੇ ਗਏ ਨੇ ਮਟੌਰ ਥਾਣੇ ਮੋਹਾਲੀ ਦੇ ਵਿੱਚ SIT ਦੇ ਵੱਲੋਂ ਸਾਬਕਾ DGP ਸੁਮੇਧ ਸੈਣੀ ਮੁਲਜ਼ਮ ਨੇ ਬਲਵੰਤ ਮੁਲਤਾਨੀ ਕੇਸ ਦੇ ਵਿੱਚ ਬਲਵੰਤ ਮੁਲਤਾਨੀ ਅਗਵਾ ਤੇ ਕਤਲ ਮਾਮਲੇ ਦੇ ਵਿੱਚ ਤੇ
ਸੈਣੀ ਦੇ ਖਿਲਾਫ ਵੀ ਧਾਰਾ 302 ਜੋੜੀ ਗਈ ਸੀ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਡੇਰਾ ਬਿਆਸ ਦੇ ਨਾਲ ਜੁੜੀ ਹੋਈ। ਡੇਰਾ ਬਿਆਸ ਦੇ ਵੱਲੋਂ ਕਰੋਨਾ ਦੇ ਮੱਦੇਨਜ਼ਰ ਵੱਡਾ ਫੈਸਲਾ ਲਿਆ ਗਿਆ। ਅਗਲੇ ਸਾਲ ਫਰਵਰੀ ਤੱਕ ਸਾਰੇ ਪ੍ਰੋਗਰਾਮ ਡੇਰਾ ਬਿਆਸ ਦੇ ਵੱਲੋਂ ਸਤਸੰਗ ਦੇ ਰੱਦ ਕਰ ਦਿੱਤੇ ਗਏ ਨੇ, ਮੁਲਤਵੀ ਕਰ ਦਿੱਤੇ ਗਏ ਨੇ। ਪਹਿਲਾਂ ਸਤੰਬਰ ਤੱਕ ਦਾ ਜ਼ਿਕਰ ਕੀਤਾ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਉਸ ਸਮੇਂ ਨੂੰ ਵਧਾਇਆ ਗਿਆ ਤੇ ਹੁਣ ਫਰਵਰੀ ਤੱਕ ਇਹ ਪੂਰਾ ਸਮਾਂ ਕਰ ਦਿੱਤਾ ਗਿਆ। ਫਰਵਰੀ 2021 ਯਾਨੀ ਕਿ ਅਗਲੇ ਸਾਲ ਫਰਵਰੀ ਤੱਕ ਜਿਹੜੇ ਸਾਰੇ ਸਮਾਗਮ ਨੇ ਉਹ ਫਿਲਹਾਲ ਦੇ ਲਈ ਰੱਦ ਕਰ ਦਿੱਤੇ ਗਏ ਨੇ। ਡੇਰਾ ਬਿਆਸ ਦੇ ਵੱਲੋਂ ਇਹ ਫੈਸਲਾ ਲਿਆ ਗਿਆ। ਵੱਡੀ ਖਬਰ ਹੈ ਇਸ ਸਮੇਂ ਦੀ। ਪੰਜਾਬ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਡੇਰਾ ਬਿਆਸ ਦੇ ਫਾਲੋਅਰਸ ਨੇ ਤੇ ਉਹ ਵੀ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਇਹ ਮੁੜ ਤੋਂ ਉੱਥੇ ਹੋ ਸਕਣ ਸਤਸੰਗ। ਪਰ ਫਿਲਹਾਲ ਤੁਹਾਨੂੰ ਦੱਸ ਦਈਏ, ਜਾਣਕਾਰੀ ਇਹ ਹੈ ਕਿ ਫਰਵਰੀ 2021 ਯਾਨੀ ਕਿ ਅਗਲੇ ਸਾਲ ਫਰਵਰੀ ਤੱਕ ਡੇਰਾ ਬਿਆਸ ਦੇ ਵੱਲੋਂ ਸਤਸੰਗ ਦੇ ਸਾਰੇ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਕਰੋਨਾ ਦੀ ਵਜ੍ਹਾ ਨਾਲ। ਹੁਣ ਅੱਗੇ ਵਧਦੇ ਹਾਂ ਤੇ ਹੁਣ ਖਬਰ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਦੇ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਇੱਕ ਅਹਿਮ ਖਬਰ ਹੈ। ਜੀ ਹਾਂ, ਤੁਹਾਨੂੰ ਹੁਣ ਸ਼੍ਰੀ ਹੇਮਕੁੰਟ ਸਾਹਿਬ ਦੇ ਵਿੱਚ ਵੀ 4G ਨੈਟਵਰਕ ਦੀ ਸਹੂਲਤ ਮਿਲੇਗੀ, ਯਾਨੀ ਕਿ ਫਾਸਟ ਇੰਟਰਨੈਟ ਤੁਸੀਂ ਉੱਥੇ ਜਾ ਕੇ ਵੀ ਇਸਤੇਮਾਲ ਕਰ ਸਕੋਗੇ। ਜੀਓ ਦੇ ਵੱਲੋਂ ਇਹ ਸਹੂਲਤ ਦਿੱਤੀ ਜਾ ਰਹੀ ਹੈ। 4G ਨੈਟਵਰਕ ਉੱਥੇ ਵੀ ਅਵੇਲੇਬਲ ਕਰਵਾਇਆ ਗਿਆ ਹੈ ਸ਼੍ਰੀ ਹੇਮਕੁੰਟ ਸਾਹਿਬ ਦੇ ਵਿੱਚ। ਤੁਹਾਨੂੰ ਦੱਸ ਦਈਏ ਕਿ ਰਿਲਾਇੰਸ ਜੀਓ ਨੇ ਸਰਵਿਸ ਸ਼ੁਰੂ ਕਰ ਦਿੱਤੀ ਹੈ। ਹੇਮਕੁੰਟ ਸਾਹਿਬ ਤੱਕ 4G ਦੇਣ ਵਾਲਾ ਜੀਓ ਪਹਿਲਾ ਆਪਰੇਟਰ ਬਣ ਚੁੱਕਿਆ ਹੈ। 13,000 ਫੁੱਟ ਦੀ ਉਚਾਈ ਦੇ ਉੱਤੇ ਵੀ ਫਾਸਟ ਨੈਟ ਜਿਹੜੇ ਸ਼ਰਧਾਲੂ ਉੱਥੇ ਸੰਗਤ ਜਿਹੜੀ ਜਾਏਗੀ ਉਹਨਾਂ ਨੂੰ ਮਿਲਣਗੇ। ਤਾਂ ਇੱਕ ਵੱਡੀ ਖਬਰ, ਚੰਗੀ ਖਬਰ ਜ਼ਰੂਰ ਲਾਜ਼ਮੀ ਤੌਰ ਤੇ ਜਿਹੜੀ ਸੰਗਤ ਉੱਥੇ ਜਾਂਦੀ ਹੈ ਉਹਨਾਂ ਦੇ ਲਈ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਨੇ ਹਾਂ, ਫੌਰਨ ਹਾਜ਼ਰ ਹੋਵਾਂਗੇ।